ਡੀਅਰ ਸਟੂਡੈਂਟਸ, ਅੱਜ ਅਸੀਂ ਕਲਾਸ 8th ਦਾ ਸਬਜੈਕਟ ਸਾਇੰਸ ਦਾ ਚੈਪਟਰ ਕਰਨ ਜਾ ਰਹੇ ਹਾਂ ਸੈੱਲ ਦੀ ਬਣਤਰ ਅਤੇ ਕਾਰਜ। ਓਕੇ, ਦੇਖੋ ਤੁਸੀਂ ਪੜ੍ਹ ਚੁੱਕੇ ਹੋ ਕਿ ਹਰੇਕ ਜੀਵ ਦੇ ਅਨੇਕ ਅੰਗ ਹੁੰਦੇ ਹਨ। ਤੁਸੀਂ 7ਵੀਂ ਜਮਾਤ ਵਿੱਚ ਪਾਚਨ ਅੰਗਾਂ ਦੇ ਬਾਰੇ ਪੜ੍ਹ ਚੁੱਕੇ ਹੋ ਜੋ ਇਕੱਠੇ ਹੋ ਕੇ ਪਾਚਨ ਪ੍ਰਣਾਲੀ ਬਣਾਉਂਦੇ ਹਨ। ਕਿਸੇ ਵੀ ਪ੍ਰਣਾਲੀ ਵਿੱਚ ਹਰੇਕ ਅੰਗ ਆਪਣੀਆਂ ਅਲੱਗ-ਅਲੱਗ ਕਿਰਿਆਵਾਂ ਕਰਦੇ ਹਨ, ਜਿਵੇਂ ਪਾਚਨ, ਸਵੈ ਅੰਗੀਕਰਨ, ਸੋਖਣ। ਇਸੇ ਤਰ੍ਹਾਂ ਪੌਦਿਆਂ ਦੇ ਭਿੰਨ-ਭਿੰਨ ਅੰਗ ਵੀ ਭਿੰਨ-ਭਿੰਨ ਕਿਰਿਆਵਾਂ ਕਰਦੇ ਹਨ। ਉਦਾਹਰਨ ਦੇ ਤੌਰ 'ਤੇ ਜੜ ਪਾਣੀ ਅਤੇ ਖਣਿਜ ਪਦਾਰਥ ਸੋਖਣ ਦਾ ਕੰਮ ਕਰਦੀ ਹੈ। ਤੁਸੀਂ 7ਵੀਂ ਜਮਾਤ ਵਿੱਚ ਪੜ੍ਹ ਚੁੱਕੇ ਹੋ ਕਿ ਪੱਤੇ ਭੋਜਨ ਬਣਾਉਣ ਦਾ ਕੰਮ ਕਰਦੇ ਹਨ। ਓਕੇ, ਦੇਖੋ ਜਿਵੇਂ ਕਿ ਹੁੰਦਾ ਆ ਕਿ ਸਾਡੇ ਸਰੀਰ ਵਿੱਚ ਜਾਂ ਜਿੰਨੇ ਵੀ ਸਾਹ ਲੈਣ ਵਾਲੇ ਜੀਵ ਆ ਉਹਨਾਂ ਵਿੱਚ ਕੀ ਬਣਿਆ ਹੁੰਦਾ ਆ, ਪ੍ਰਣਾਲੀਆਂ ਬਣੀਆਂ ਹੁੰਦੀਆਂ ਜਿਨ੍ਹਾਂ ਦਾ ਕੰਮ ਕੀ ਹੁੰਦਾ ਆ, ਅਲੱਗ-ਅਲੱਗ ਹੁੰਦਾ ਆ। ਜਿਵੇਂ ਪਾਚਨ ਪ੍ਰਣਾਲੀ ਹੋ ਗਈ, ਸਾਹ ਪ੍ਰਣਾਲੀ ਹੋ ਗਈ, ਇਹ ਵਾਲੀਆਂ ਪ੍ਰਣਾਲੀਆਂ ਅੰਗਾਂ ਨੂੰ ਮਿਲ ਕੇ ਬਣਦੀਆਂ ਹਨ ਅਤੇ ਇਹਨਾਂ ਦਾ ਜਿਹੜਾ ਕੰਮ ਹੁੰਦਾ ਆ ਉਹ ਵੀ ਅਲੱਗ-ਅਲੱਗ ਹੁੰਦਾ ਹੈ। ਇਹ ਅਲੱਗ-ਅਲੱਗ ਕਿਰਿਆਵਾਂ ਕਰਦੇ ਹਨ। ਠੀਕ ਹੈ, ਨੈਕਸਟ ਦੇਖੋ ਜਿਵੇਂ ਪੌਦਿਆਂ ਵਿੱਚ ਵੀ ਭਿੰਨ-ਭਿੰਨ ਅੰਗ ਜਿਹੜੇ ਹੁੰਦੇ ਆ ਭਿੰਨ-ਭਿੰਨ ਕਾਰਜ ਕਰਦੇ ਆ। ਜਿਵੇਂ ਜੜ੍ਹਾਂ ਜਿਹੜੀਆਂ ਉਹ ਪਾਣੀ ਅਤੇ ਖਣਿਜ ਪਦਾਰਥ ਸੋਖਣ ਦਾ ਕੰਮ ਕਰਦੀਆਂ ਨੇ ਅਤੇ ਪੱਤੇ ਜਿਹੜੇ ਨੇ ਉਹ ਭੋਜਨ ਬਣਾਉਣ ਦਾ ਕੰਮ ਕਰਦੇ ਨੇ। ਹਰੇਕ ਅੰਗ ਅੱਗੇ ਛੋਟੇ-ਛੋਟੇ ਭਾਗਾਂ ਤੋਂ ਬਣਿਆ ਹੁੰਦਾ ਹੈ ਜਿਸ ਨੂੰ ਟਿਸ਼ੂ ਆਖਦੇ ਹਨ। ਟਿਸ਼ੂ ਇੱਕ ਸਮਾਨ ਸੈੱਲਾਂ ਦਾ ਸਮੂਹ ਹੁੰਦਾ ਹੈ ਜੋ ਇੱਕ ਵਿਸ਼ੇਸ਼ ਕਾਰਜ ਕਰਦਾ ਹੈ। ਠੀਕ ਹੈ, ਅਤੇ ਜਿਹੜੇ ਅੰਗ ਹੁੰਦੇ ਨੇ ਉਹ ਅੱਗੇ ਛੋਟੇ-ਛੋਟੇ ਭਾਗਾਂ ਨੂੰ ਮਿਲ ਕੇ ਬਣਿਆ ਹੁੰਦਾ ਹੈ ਜਿਨ੍ਹਾਂ ਨੂੰ ਅਸੀਂ ਟਿਸ਼ੂ ਆਖਦੇ ਹਾਂ। ਅਤੇ ਟਿਸ਼ੂ ਜਿਹੜੇ ਹੁੰਦੇ ਨੇ ਉਹ ਸੈੱਲਾਂ ਤੋਂ ਬਣਦੇ ਹਨ ਜਿਨ੍ਹਾਂ ਦਾ ਕੀ ਹੁੰਦਾ ਹੈ, ਵਿਸ਼ੇਸ਼ ਕੰਮ ਹੁੰਦਾ ਹੈ। ਸਾਰੇ ਜਿੰਨੇ ਵੀ ਟਿਸ਼ੂ ਹੁੰਦੇ ਨੇ ਸੈੱਲਾਂ ਦੇ ਸਮੂਹ ਤੋਂ ਬਣਦੇ ਨੇ ਅਤੇ ਉਹ ਅਲੱਗ-ਅਲੱਗ ਕੰਮ ਕਰਦੇ ਨੇ, ਵਿਸ਼ੇਸ਼ ਕੰਮ ਕਰਦੇ ਨੇ। ਹੁਣ ਪਹੇਲੀ ਨੂੰ ਸਮਝ ਆ ਗਿਆ ਕਿ ਅੰਗ ਟਿਸ਼ੂਆਂ ਤੋਂ ਬਣੇ ਹੁੰਦੇ ਹਨ। ਦੇਖੋ ਜਿਵੇਂ ਸੈੱਲ ਨੇ, ਸੈੱਲ ਮਿਲ ਕੇ ਕੀ ਬਣਾ ਰਹੇ ਨੇ, ਟਿਸ਼ੂ ਬਣਾ ਰਹੇ ਨੇ। ਠੀਕ ਹੈ, ਅਤੇ ਟਿਸ਼ੂ ਜਿਹੜੇ ਮਿਲ ਕੇ ਆ ਉਹ ਅੰਗ ਬਣਾ ਰਹੇ ਆ ਅਤੇ ਅੰਗ ਜਿਹੜੇ ਆ ਅੰਗਾਂ ਤੋਂ ਮਿਲ ਕੇ ਕੀ ਬਣ ਰਹੀ ਆ, ਅੰਗ ਪ੍ਰਣਾਲੀ। ਸੈੱਲ ਦੇ ਭਾਗ ਦੇਖੋ, ਹੁਣ ਅਸੀਂ ਸੈੱਲ ਦੇ ਭਾਗ ਕਰਾਂਗੇ। ਪਹਿਲਾ ਹੈਗਾ ਆ ਸੈੱਲ ਝਿੱਲੀ। ਸੈੱਲ ਦੇ ਮੂਲ ਅੰਸ਼ ਹਨ ਸੈੱਲ ਝਿੱਲੀ, ਸੈੱਲ ਪਦਾਰਥ, ਸਾਈਟੋਪਲਾਜ਼ਮ ਅਤੇ ਕੇਂਦਰਕ। ਸੈੱਲ ਪਦਾਰਥ ਅਤੇ ਕੇਂਦਰਕ ਸੈੱਲ ਝਿੱਲੀ ਨਾਲ ਘਿਰੇ ਹੁੰਦੇ ਹਨ। ਸੈੱਲ ਝਿੱਲੀ ਇੱਕ ਸੈੱਲ ਨੂੰ ਦੂਜੇ ਸੈੱਲ ਨਾਲੋਂ ਅਤੇ ਸੈੱਲ ਦੇ ਆਲੇ ਦੁਆਲੇ ਦੇ ਮਾਧਿਅਮ ਤੋਂ ਨਿਖੇੜ ਕੇ ਰੱਖਦੀ ਹੈ। ਸੈੱਲ ਝਿੱਲੀ ਨੂੰ ਪਲਾਜ਼ਮਾ ਝਿੱਲੀ ਵੀ ਕਹਿੰਦੇ ਹਨ ਅਤੇ ਇਹ ਮੁਸਾਮਦਾਰ ਹੁੰਦੀ ਹੈ ਜੋ ਚੋਣਵੇਂ ਪਦਾਰਥਾਂ ਨੂੰ ਸੈੱਲ ਦੇ ਅੰਦਰ ਬਾਹਰ ਜਾਣ ਵਿੱਚ ਮਦਦ ਕਰਦੀ ਹੈ। ਸੈੱਲ ਝਿੱਲੀ ਕੀ ਹੁੰਦੀ ਆ, ਇਸ ਨੇ ਸੈੱਲ ਵਿੱਚ ਜਿਹੜੇ ਕੇਂਦਰਕ ਅਤੇ ਸੈੱਲ ਵਿੱਚ ਜਿਹੜੇ ਪਦਾਰਥ ਹੁੰਦੇ ਨੇ ਉਹਨਾਂ ਦੇ ਉੱਪਰ ਵਾਲੀ ਜਿਹੜੀ ਪਰਤ ਹੁੰਦੀ ਹੈ ਉਸਨੂੰ ਸੈੱਲ ਝਿੱਲੀ ਕਹਿੰਦੇ ਹਨ ਅਤੇ ਇਸ ਨੂੰ ਦੂਜੇ ਸੈੱਲਾਂ ਤੋਂ ਨਿਖੇੜਦੀ ਹੈ ਅਤੇ ਇਹ ਮੁਸਾਮਦਾਰ ਹੁੰਦੀ ਹੈ। ਠੀਕ ਹੈ, ਦੇਖੋ ਜਿਵੇਂ ਆ ਇੱਕ ਸੈੱਲ ਆ ਅਤੇ ਸੈੱਲ ਦਾ ਜਿਹੜਾ ਸੈੱਲ ਦਰਵ ਅਤੇ ਕੇਂਦਰਕ ਅਤੇ ਜਿਹੜਾ ਮਾਈਟੋਕੌਂਡਰੀਆ ਚੌਥੇ ਨੰਬਰ ਵਾਲਾ ਭਾਗ ਆ ਉਹ ਕੀ ਆ, ਸੈੱਲ ਪਦਾਰਥ। ਅਤੇ ਇਹਨਾਂ ਤਿੰਨਾਂ ਨੂੰ ਕਿੰਨੇ ਘੇਰਿਆ ਹੋਇਆ ਵਾ, ਤੀਜੇ ਨੰਬਰ 'ਤੇ ਜਿਹੜੀ ਸੈੱਲ ਝਿੱਲੀ ਬਣੀ ਹੋਈ ਆ ਬਾਹਰ ਵਾਲੀ ਪਰਤ ਨੇ। ਠੀਕ ਹੈ, ਇਹ ਸੈੱਲ ਦੇ ਕੀ ਮੂਲ ਅੰਸ਼ ਹੁੰਦੇ ਨੇ। ਅੱਗੇ ਦੇਖੋ, ਕਿਸੇ ਸੈੱਲ ਦੇ ਮੂਲ ਸੰਘਟਕਾਂ ਦਾ ਅਧਿਐਨ ਕਰਨ ਲਈ ਇੱਕ ਪਿਆਜ਼ ਲਓ। ਉੱਪਰਲੇ ਸੁੱਕੇ ਪਿਆਜ਼ੀ ਰੰਗ ਦੇ ਛਿਲਕੇ ਉਤਾਰ ਦਿਓ। ਹੁਣ ਪਿਆਜ਼ ਦੇ ਅੰਦਰਲੀਆਂ ਗੁੱਦੇਦਾਰ ਸਫੈਦ ਪਰਤਾਂ ਵਿੱਚੋਂ ਚਿਮਟੀ ਦੀ ਸਹਾਇਤਾ ਜਾਂ ਹੱਥ ਨਾਲ ਤੋੜ ਕੇ ਪਤਲੀ ਝਿੱਲੀ ਅਲੱਗ ਕੱਢ ਦਿਓ। ਪਿਆਜ਼ ਦੀ ਇਸ ਝਿੱਲੀ ਦਾ ਛੋਟਾ ਜਿਹਾ ਟੁਕੜਾ ਕੱਚ ਦੀ ਸਲਾਈਡ ਉੱਪਰ ਰੱਖੋ। ਝਿੱਲੀ ਦੇ ਛੋਟੇ-ਛੋਟੇ ਟੁਕੜੇ ਬਲੇਡ ਜਾਂ ਚਿਮਟੀ ਨਾਲ ਵੀ ਅਲੱਗ ਕੀਤੇ ਜਾ ਸਕਦੇ ਹਨ। ਹੁਣ ਇਸ ਛੋਟੇ ਟੁਕੜੇ ਉੱਤੇ ਇੱਕ ਬੂੰਦ ਪਾਣੀ ਦੀ ਪਾਓ। ਇਸ ਉੱਤੇ ਮਿਥਾਈਲਿਨ ਬਲਿਊ ਦੀ ਇੱਕ ਬੂੰਦ ਪਾ ਕੇ ਕਵਰ ਸਲਿੱਪ ਨਾਲ ਢੱਕ ਦਿਓ। ਕਵਰ ਸਲਿੱਪ ਰੱਖਣ ਤੋਂ ਬਾਅਦ ਇਸ ਗੱਲ ਦਾ ਧਿਆਨ ਰੱਖੋ ਕਿ ਕਵਰ ਸਲਿੱਪ ਦੇ ਅੰਦਰ ਹਵਾ ਦੇ ਬੁਲਬੁਲੇ ਨਾ ਹੋਣ। ਸੂਖਮਦਰਸ਼ੀ ਦੇ ਹੇਠਾਂ ਸਲਾਈਡ ਦਾ ਨਿਰੀਖਣ ਕਰੋ। ਇਸ ਦਾ ਚਿੱਤਰ ਬਣਾ ਕੇ ਲੇਬਲ ਕਰੋ। ਤੁਸੀਂ ਇਸ ਦੀ ਤੁਲਨਾ ਚਿੱਤਰ 8.5 ਨਾਲ ਕਰ ਸਕਦੇ ਹੋ। ਓਕੇ, ਉਹਨਾਂ ਨੇ ਇੱਕ ਐਕਟੀਵਿਟੀ ਦੱਸੀ ਆ ਕਿ ਇਸ ਦੇ ਥਰੂ ਤੁਸੀਂ ਇੱਕ ਸੈੱਲ ਦਾ ਅਧਿਐਨ ਕਰ ਸਕਦੇ ਹੋ। ਦੇਖੋ ਉਹਨਾਂ ਨੇ ਕੀ ਕਿਹਾ ਹੈ ਕਿ ਇੱਕ ਪਿਆਜ਼ ਲੈਣਾ ਆ ਅਤੇ ਪਿਆਜ਼ ਦੀ ਜਿਹੜੀ ਅੰਦਰਲੀ ਸਫੈਦ ਪਰਤ ਹੁੰਦੀ ਆ ਉਹਨੂੰ ਕੀ ਕਰਨਾ ਹੈ, ਕਿਸੇ ਚਿਮਟੀ ਦੀ ਸਹਾਇਤਾ ਦੇ ਨਾਲ ਉਤਾਰ ਕੇ ਉਹਨੂੰ ਇੱਕ ਕੱਚ ਦੀ ਸਲਾਈਡ ਉੱਪਰ ਰੱਖਣਾ ਆ। ਠੀਕ ਹੈ, ਅਤੇ ਉਹਦੇ ਉੱਪਰ ਇੱਕ ਸਲਿਊਸ਼ਨ ਪਾਉਣਾ ਹੈ, ਮਿਥਾਈਲਿਨ ਬਲਿਊ ਸਲਿਊਸ਼ਨ। ਠੀਕ ਹੈ, ਫਿਰ ਉਸਨੂੰ ਕਵਰ ਸਲਿੱਪ ਦੇ ਨਾਲ ਢੱਕ ਦੇਣਾ ਹੈ ਅਤੇ ਕਵਰ ਸਲਿੱਪ ਲਗਾਉਂਦੇ ਹੋਏ ਧਿਆਨ ਰੱਖਣਾ ਹੈ ਕਿ ਉਹਦੇ ਵਿੱਚ ਬੁਲਬੁਲੇ ਨਾ ਹੋਣ ਅਤੇ ਫਿਰ ਉਸਨੂੰ ਸੂਖਮਦਰਸ਼ੀ ਦੇ ਨਾਲ ਨਿਰੀਖਣ ਕਰਨਾ। ਦੇਖੋ ਪਿਆਜ਼ ਦੀ ਜਿਹੜੀ ਅੰਦਰ ਵਾਲੀ ਝਿੱਲੀ ਆ ਉਹਨੂੰ ਚਿਮਟੀ ਨਾਲ ਅਲੱਗ ਕਰ ਲੈਣਾ ਹੈ। ਉਸ ਦੇ ਉੱਪਰ ਮਿਥਾਈਲਿਨ ਬਲਿਊ ਸਲਿਊਸ਼ਨ ਪਾਉਣਾ ਆ ਅਤੇ ਇਹ ਜਿਹੜਾ ਸਲਿਊਸ਼ਨ ਹੁੰਦਾ ਇੱਕ ਤਰ੍ਹਾਂ ਦਾ ਡਾਈ ਹੁੰਦੀ ਹੈ। ਠੀਕ ਹੈ, ਜਿਹੜੀ ਕਿ ਉਸਨੂੰ ਰੰਗ ਦਿੰਦੀ ਹੈ ਅਤੇ ਅਸੀਂ ਆਸਾਨੀ ਨਾਲ ਕੋਈ ਵੀ ਜਿਹੜਾ ਨਿਰੀਖਣ ਕਰਨਾ ਹੈ ਉਹ ਦੇਖ ਸਕਦੇ ਹਾਂ। ਓਕੇ, ਦੇਖੋ ਕੱਚ ਦੀ ਸਲਾਈਡ ਦੇ ਉੱਪਰ ਠੀਕ ਹੈ ਉਹਦੀ ਪਰਤ ਰੱਖ ਕੇ ਪਿਆਜ਼ ਦੀ ਉਹਦੇ ਉੱਪਰ ਕੀ ਪਾਉਣਾ ਆ, ਮਿਥਾਈਲਿਨ ਬਲਿਊ, ਅਤੇ ਉਹਨੂੰ ਕਵਰ ਸਲਿੱਪ ਨਾਲ ਢੱਕ ਕੇ ਸੂਖਮਦਰਸ਼ੀ ਨਾਲ ਉਸ ਦਾ ਅਧਿਐਨ ਕਰਨਾ ਹੈ ਅਤੇ ਸਾਨੂੰ ਕੁਝ ਇਸ ਤਰ੍ਹਾਂ ਦਾ ਜਿਹੜਾ ਆ ਉਹ ਚਿੱਤਰ ਨਜ਼ਰ ਆਏਗਾ। ਅਤੇ ਇਹ ਕੀ ਨੇ, ਸੈੱਲ ਝਿੱਲੀ ਦੇ ਪਿਆਜ਼ ਦੀ ਝਿੱਲੀ ਦੇ ਸੈੱਲ ਨੇ।
ਠੀਕ ਹੈ। ਦੇਖੋ ਪਿਆਜ਼ ਦੀ ਝਿੱਲੀ ਦੇ ਸੈੱਲ ਜਿਹੜੇ ਹੁੰਦੇ ਆ ਬਾਹਰੋਂ ਸੈੱਲ ਝਿੱਲੀ ਨਾਲ ਘਿਰੇ ਹੁੰਦੇ ਹਨ ਅਤੇ ਸੈੱਲ ਝਿੱਲੀ ਦੇ ਇੱਕ ਹੋਰ ਮੋਟੀ ਪਰਤ ਨਾਲ ਘਿਰੀ ਹੁੰਦੀ ਹੈ ਜਿਸ ਨੂੰ ਸੈੱਲ ਕੰਧ ਕਹਿੰਦੇ ਹਨ। ਸੈੱਲ ਦੇ ਕੇਂਦਰ ਵਿੱਚ ਇੱਕ ਸੰਘਣੀ ਗੋਲਾਕਾਰ ਰਚਨਾ ਹੁੰਦੀ ਹੈ ਜਿਸ ਨੂੰ ਕੇਂਦਰਕ ਕਹਿੰਦੇ ਹਨ। ਕੇਂਦਰਕ ਤੇ ਸੈੱਲ ਝਿੱਲੀ ਦੇ ਵਿਚਕਾਰ ਇੱਕ ਜੈਲੀ ਵਰਗਾ ਪਦਾਰਥ ਹੁੰਦਾ ਹੈ ਜਿਸ ਨੂੰ ਸਾਈਟੋਪਲਾਜ਼ਮ ਜਾਂ ਸੈੱਲ ਦਰਵ ਵੀ ਕਹਿੰਦੇ ਹਨ, ਜੋ ਤੁਹਾਨੂੰ ਚਿੱਤਰ ਵਿੱਚ ਨੀਚੇ ਨਜ਼ਰ ਆ ਰਿਹਾ ਆ। ਜਿਹੜਾ ਸਟਰਕਚਰ ਸਾਨੂੰ ਸੂਖਮਦਰਸ਼ੀ ਦੇ ਹੇਠਾਂ ਵੀ ਨਜ਼ਰ ਆਇਆ ਸੀਗਾ, ਠੀਕ ਹੈ। ਸੈੱਲ ਜਿਹੜੇ ਹੁੰਦੇ ਆ ਉਹਨਾਂ ਦਾ ਜਿਹੜਾ ਅੰਦਰਲਾ ਭਾਗ ਹੁੰਦਾ ਹੈ ਉਹ ਜੈਲੀ ਵਰਗਾ ਹੁੰਦਾ ਹੈ ਜਿਹਨੂੰ ਅਸੀਂ ਸੈੱਲ ਦਰਵ ਕਹਿੰਦੇ ਹਾਂ, ਅਤੇ ਜਿਹੜੇ ਤੁਹਾਨੂੰ ਗੋਲਾਕਾਰ ਨਜ਼ਰ ਆ ਰਹੇ ਨੇ ਉਹ ਸੈੱਲ ਦੇ ਬਿਲਕੁਲ ਵਿਚਕਾਰ ਹੁੰਦੇ ਨੇ ਅਤੇ ਉਸਨੂੰ ਕੇਂਦਰਕ ਕਹਿੰਦੇ ਹਨ। ਅਤੇ ਇਹਨਾਂ ਦੇ ਬਾਹਰ ਇੱਕ ਪਰਤ ਹੁੰਦੀ ਜਿਸ ਨੂੰ ਅਸੀਂ ਸੈੱਲ ਝਿੱਲੀ ਕਹਿੰਦੇ ਹਾਂ, ਅਤੇ ਇਹ ਸੈੱਲ ਝਿੱਲੀ ਇੱਕ ਹੋਰ ਮੋਟੀ ਪਰਤ ਦੇ ਨਾਲ ਢੱਕੀ ਹੁੰਦੀ ਹੈ। ਉਹ ਮੋਟੀ ਪਰਤ ਕਿਹੜੀ ਹੁੰਦੀ ਹੈ? ਸੈੱਲ ਕੰਧ, ਠੀਕ ਹੈ। ਇਹ ਅਸੀਂ ਪਹਿਲੇ ਵੀ ਪੜ੍ਹ ਚੁੱਕੇ ਹਾਂ ਕਿ ਜਿਹੜੇ ਪੌਦੇ ਹੁੰਦੇ ਹਨ ਉਹਨਾਂ ਵਿੱਚ ਸੈੱਲ ਝਿੱਲੀ ਦੇ ਉੱਪਰ ਇੱਕ ਹੋਰ ਪਰਤ ਹੁੰਦੀ ਆ ਜਿਨ੍ਹਾਂ ਨੂੰ ਅਸੀਂ ਕੀ ਕਹਿੰਦੇ ਹਾਂ? ਸੈੱਲ ਕੰਧ, ਜੋ ਕਿ ਮਨੁੱਖਾਂ ਅਤੇ ਜਿਹੜੇ ਜਾਨਵਰ ਹੁੰਦੇ ਆ ਉਹਨਾਂ ਦੇ ਸੈੱਲਾਂ ਵਿੱਚ ਇਹ ਸੈੱਲ ਕੰਧ ਮੌਜੂਦ ਨਹੀਂ ਹੁੰਦੀ, ਠੀਕ ਹੈ। ਹੁਣ ਅਸੀਂ ਦੇਖਾਂਗੇ ਕਿ ਸੈੱਲ ਕੰਧ ਦੇ ਹੋਣ ਦਾ ਕੀ ਕਾਰਨ ਆ, ਕਿ ਉਹ ਪੌਦਿਆਂ ਵਿੱਚ ਜਿਹੜੀ ਇਹ ਸੈੱਲ ਕੰਧ ਕਿਉਂ ਹੁੰਦੀ ਹੈ। ਦੇਖੋ ਮੈਂ ਜਾਣਨਾ ਚਾਹੁੰਦਾ ਹਾਂ ਕਿ ਪੌਦਿਆਂ ਨੂੰ ਸੈੱਲ ਭਿੱਤੀ ਦੀ ਜ਼ਰੂਰਤ ਕਿਉਂ ਹੁੰਦੀ ਹੈ। ਸੈੱਲ ਭਿੱਤੀ ਯਾਨੀ ਕਿ ਸੈੱਲ ਕੰਧ ਅਸੀਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ ਕਿ ਸੈੱਲ ਝਿੱਲੀ ਸੈੱਲ ਨੂੰ ਆਕਾਰ ਪ੍ਰਦਾਨ ਕਰਦੀ ਹੈ। ਪੌਦਾ ਸੈੱਲ ਵਿੱਚ ਸੈੱਲ ਝਿੱਲੀ ਤੋਂ ਇਲਾਵਾ ਇੱਕ ਹੋਰ ਮੋਟੀ ਪਰਤ ਹੁੰਦੀ ਹੈ ਜਿਹਨੂੰ ਅਸੀਂ ਕੀ ਕਹਿੰਦੇ ਹਾਂ? ਸੈੱਲ ਭਿੱਤੀ ਜਾਂ ਸੈੱਲ ਕੰਧ। ਸੈੱਲ ਝਿੱਲੀ ਨੂੰ ਘੇਰਨ ਵਾਲੀ ਇਹ ਸਖਤ ਰਚਨਾ ਪੌਦਿਆਂ ਨੂੰ ਸੈੱਲ ਦੀ ਸੁਰੱਖਿਆ ਲਈ ਬਹੁਤ ਹੀ ਜ਼ਰੂਰੀ ਹੈ। ਪੌਦਾ ਸੈੱਲਾਂ ਨੂੰ ਤਾਪ ਵਿੱਚ ਪਰਿਵਰਤਨ, ਤੇਜ਼ ਗਤੀ ਨਾਲ ਚੱਲਣ ਵਾਲੀਆਂ ਹਵਾਵਾਂ, ਵਾਯੂਮੰਡਲੀ ਨਮੀ, ਭਿੰਨ-ਭਿੰਨ ਪਰਿਵਰਤਨਾਂ ਤੋਂ ਸੁਰੱਖਿਆ ਦੀ ਲੋੜ ਹੁੰਦੀ ਹੈ। ਪੌਦੇ ਇਹਨਾਂ ਪਰਿਵਰਤਨਾਂ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ ਕਿਉਂਕਿ ਇਹ ਚੱਲ ਨਹੀਂ ਸਕਦੇ। ਸੈੱਲਾਂ ਦਾ ਨਿਰੀਖਣ ਟ੍ਰੈਂਡੈਂਸਕੇਸੀਆ ਅਤੇ ਇਲੋਡੀਆ ਅਤੇ ਰਹੋਈਆ ਆਦਿ ਦੇ ਪੱਤਿਆਂ ਦੀ ਝਿੱਲੀ ਲੈ ਕੇ ਵੀ ਕਰ ਸਕਦੇ ਹਾਂ। ਤੁਸੀਂ ਇਹਨਾਂ ਦੀ ਸਲਾਈਡ ਉਸੇ ਤਰ੍ਹਾਂ ਬਣਾ ਸਕਦੇ ਹੋ ਜਿਸ ਤਰ੍ਹਾਂ ਪਿਆਜ਼ ਦੀ ਸਲਾਈਡ ਬਣਦੀ ਹੈ, ਠੀਕ ਹੈ। ਉਹਨਾਂ ਨੇ ਕੀ ਕਿਹਾ ਆ ਕਿ ਸੈੱਲ ਝਿੱਲੀ ਦੀ ਜ਼ਰੂਰਤ, ਸੈੱਲ ਭਿੱਤੀ ਦੀ ਜਿਹੜੀ ਜ਼ਰੂਰਤ ਉਹ ਪੌਦਿਆਂ ਵਿੱਚ ਕਿਉਂ ਹੁੰਦੀ ਹੈ? ਕਿਉਂਕਿ ਇਹ ਉਹਨਾਂ ਨੂੰ ਸੁਰੱਖਿਆ ਪ੍ਰਦਾਨ ਕਰ ਰਹੀ ਹੈ, ਜਿਵੇਂ ਕਿ ਪੌਦੇ ਚੱਲ ਨਹੀਂ ਸਕਦੇ, ਠੀਕ ਹੈ। ਅਤੇ ਇਸ ਕਰਕੇ ਉਹਨਾਂ ਨੂੰ ਜ਼ਿਆਦਾ ਤਾਪ ਤੋਂ, ਜ਼ਿਆਦਾ ਤੇਜ਼ ਗਤੀ ਨਾਲ ਚੱਲਣ ਵਾਲੀਆਂ ਹਵਾਵਾਂ ਤੋਂ ਸੁਰੱਖਿਆ ਦੀ ਲੋੜ ਹੁੰਦੀ ਹੈ, ਅਤੇ ਇਹ ਸੁਰੱਖਿਆ ਕੌਣ ਕਰਦੀ ਹੈ? ਉਹਨਾਂ ਵਿੱਚ ਸੈੱਲ ਕੰਧ, ਠੀਕ ਹੈ, ਜਿਨ੍ਹਾਂ ਨੂੰ ਅਸੀਂ ਸੈੱਲ ਭਿੱਤੀ ਵੀ ਕਹਿੰਦੇ ਹਾਂ। ਅਤੇ ਇਹ ਵਾਲੀ ਸੈੱਲ ਭਿੱਤੀ ਜਿਹੜੀ ਆ ਉਹਨਾਂ ਨੇ ਕੁਝ ਨਾਮ ਦੱਸੇ ਹੋਏ ਆ ਪੌਦਿਆਂ ਦੇ, ਉਹਨਾਂ ਦੇ ਥਰੂ, ਉਹਨਾਂ ਦਾ ਨਿਰੀਖਣ ਕਰਕੇ ਅਸੀਂ ਇਹ ਜਿਹੜੀ ਸੈੱਲ ਭਿੱਤੀ ਆ ਉਸਨੂੰ ਦੇਖ ਸਕਦੇ ਹਾਂ। ਅਤੇ ਇਸ ਦੀ ਜਿਹੜੀ ਸਲਾਈਡ ਆ, ਜਿਵੇਂ ਅਸੀਂ ਪਿਆਜ਼ ਦੀ ਪਰਤ ਦੀ ਸਲਾਈਡ ਬਣਾਈ ਸੀ ਉਸੇ ਤਰ੍ਹਾਂ ਬਣੇਗੀ। ਦੇਖੋ ਹੁਣ ਉਹਨਾਂ ਨੇ ਕਿਹਾ ਹੈ ਕਿ ਅਸੀਂ ਕਿਸੇ ਜੀਵ ਦੇ ਜਿਹੜੇ ਸੈੱਲ ਨੇ ਉਹਨਾਂ ਦਾ ਨਿਰੀਖਣ ਕਰ ਸਕਦੇ ਹਾਂ। ਦੇਖੋ ਇੱਕ ਸਾਫ਼ ਸੁਥਰੀ ਦੰਦ ਖੋਚਣੀ ਜਾਂ ਮਾਚਿਸ ਦੀ ਤੀਲੀ ਜਿਸ ਦਾ ਮਸਾਲੇ ਵਾਲਾ ਸਿਰਾ ਤੋੜਿਆ ਹੋਵੇ ਲਓ। ਇਸ ਦੀ ਸਹਾਇਤਾ ਨਾਲ ਗਲ ਦੀ ਅੰਦਰਲੀ ਪਰਤ ਨੂੰ ਹੌਲੀ ਹੌਲੀ ਖੁਰਚੋ। ਇਸ ਨੂੰ ਕੱਚ ਦੀ ਸਲਾਈਡ ਉੱਪਰ ਰੱਖੀ ਪਾਣੀ ਦੀ ਬੂੰਦ ਵਿੱਚ ਰੱਖੋ। ਇਸ ਉੱਤੇ ਇੱਕ ਬੂੰਦ ਆਇਓਡੀਨ ਦੀ ਪਾਓ ਅਤੇ ਕਵਰ ਸਲਿੱਪ ਨਾਲ ਢੱਕ ਦਿਓ। ਆਇਓਡੀਨ ਨਾ ਹੋਣ ਦੀ ਸੂਰਤ ਵਿੱਚ ਤੁਸੀਂ ਮਿਥਾਈਲਿਨ ਬਲਿਊ ਵੀ ਪਾ ਸਕਦੇ ਹੋ। ਸੂਖਮਦਰਸ਼ੀ ਵਿੱਚ ਇਸ ਦਾ ਨਿਰੀਖਣ ਕਰੋ, ਤੁਹਾਨੂੰ ਖੁਰਚੀ ਹੋਈ ਪਰਤ ਵਿੱਚ ਬਹੁਤ ਸਾਰੇ ਸੈੱਲ ਦਿਖਾਈ ਦੇਣਗੇ। ਤੁਸੀਂ ਸੈੱਲ ਝਿੱਲੀ, ਸੈੱਲ ਪਦਾਰਥ ਅਤੇ ਕੇਂਦਰਕ ਨੂੰ ਪਹਿਚਾਣ ਸਕਦੇ ਹੋ। ਜੰਤੂ ਸੈੱਲ ਵਿੱਚ ਸੈੱਲ ਭਿੱਤੀ ਨਹੀਂ ਹੁੰਦੀ, ਠੀਕ ਹੈ। ਇਸ ਦੀ ਸਲਾਈਡ ਕਿਵੇਂ ਬਣਾਉਣੀ ਹੈ? ਜਿਵੇਂ ਅਸੀਂ ਪਿਆਜ਼ ਦੀ ਜਦੋਂ ਝਿੱਲੀ ਦੇਖੀ ਸੀਗੀ, ਠੀਕ ਹੈ, ਉਹਦੀ ਪਰਤ ਦੀ ਜਿਹੜੀ ਸਲਾਈਡ ਬਣਾਈ ਸੀ ਉਸੇ ਤਰ੍ਹਾਂ ਬਣਾਉਣੀ ਆ, ਠੀਕ ਹੈ। ਗਲ ਦੇ ਵਿੱਚੋਂ ਟੂਥਪਿਕ ਦੇ ਨਾਲ, ਠੀਕ ਹੈ, ਦੰਦ ਖੋਚਣੀ ਜਾਂ ਮਾਚਿਸ ਦੀ ਤੀਲੀ ਦੇ ਨਾਲ ਅਸੀਂ ਥੋੜ੍ਹੀ ਜਿਹੀ ਖੁਰਚ ਕੇ ਇੱਕ ਸਲਾਈਡ ਬਣਾਉਣੀ ਆ ਕੱਚ ਦੀ ਸਲਾਈਡ ਉੱਪਰ, ਉਸੇ ਤਰ੍ਹਾਂ ਹੀ ਰੱਖ ਕੇ ਉੱਤੇ ਮਿਥਾਈਲਿਨ ਬਲੂ ਦਾ ਸਲਿਊਸ਼ਨ ਪਾ ਕੇ ਉਹਨੂੰ ਸੂਖਮਦਰਸ਼ੀ ਦੇ ਹੇਠਾਂ ਦੇਖਾਂਗੇ ਅਤੇ ਸਾਨੂੰ ਕੁਝ ਇਸ ਤਰ੍ਹਾਂ ਦਾ ਜਿਹੜਾ ਆ ਉਹ ਚਿੱਤਰ ਨਜ਼ਰ ਆਏਗਾ, ਠੀਕ ਹੈ। ਇਹਦੇ ਵਿੱਚ ਸੈੱਲ ਝਿੱਲੀ, ਸੈੱਲ ਕੇਂਦਰਕ, ਸੈੱਲ ਦਰਵ, ਠੀਕ ਹੈ, ਨਜ਼ਰ ਆਏਗੀ। ਅਤੇ ਇਸ ਵਿੱਚ ਸਾਨੂੰ ਪਤਾ ਹੈ ਕਿ ਜੀਵ ਦੀ ਹੈਗੀ ਆ ਸਲਾਈਡ, ਅਤੇ ਇਸ ਵਿੱਚ ਸੈੱਲ ਭਿੱਤੀ ਨਹੀਂ ਹੁੰਦੀ, ਠੀਕ ਹੈ, ਜੋ ਸਿਰਫ ਪੌਦਾ ਸੈੱਲ ਵਿੱਚ ਹੁੰਦੀ ਆ ਅਤੇ ਜੀਵਾਂ ਦੇ ਸੈੱਲ ਵਿੱਚ ਸੈੱਲ ਭਿੱਤੀ ਨਹੀਂ ਹੁੰਦੀ, ਠੀਕ ਹੈ। ਥੈਂਕ ਯੂ।